ਇਹਦਾ ਹੀ ਕਰੇਗਾ। सर वो क्लासिफिकेशन कौन सी याद करनी है? ਕਿਹੜੀ बेटा? क्या चीज? अच्छा क्लासिफिकेशन केड़ी याद करनी? मैं तो तुसी स्कूल टीचर ਨੂੰ ਪੁੱਛੋ ਨਾ, ਮੈਨੂੰ ਨਹੀਂ ਪਤਾ ਹੈਗਾ। बैच बदल गया हमने। ਤੁਹਾਨੂੰ ਸਕੂਲ ਚ ਰਾਏ ਪੁੱਛੋ ਟੀਚਰ ਨੂੰ ਕਿਹੜਾ ਟੇਬਲ ਕਰਨਾ ਹੈਗਾ, ਪੁਰਾਣੇ ਵਾਲਾ ਟੇਬਲ, ਨਵੇਂ ਵਾਲਾ, ਜੋ ਵੀ ਟੀਚਰ ਕਹਿਣਗੇ ਉਹੀ ਟੇਬਲ ਫੋਲੋ ਕਰੋ ਫਿਰ ਆਪਦਾ। ਹੁਣ ਸਭ ਤੋਂ ਮੇਜਰ ਇੱਕ ਤਾਂ ਅਮਾਉਂਟ ਚੇਂਜ ਹੋ ਜੀ। ਅਮਾਉਂਟ ਚੇਂਜ ਹੋਣ ਦੇ ਬਾਵਜੂਦ ਉਹਨਾਂ ਨੇ ਉੱਪਰ ਸੈਕਸ਼ਨ ਵਿੱਚ ਅੱਡ ਅੱਡ ਕਰ ਦੇਣਾ, ਮੈਨੂਫੈਕਚਰਿੰਗ ਤੇ ਸਰਵਿਸ ਕੰਬਾਈਨਡ ਕਰਤਾ, ਠੀਕ ਹੈ, ਦੂਜੇ ਟਰਨਓਵਰ ਅੱਡ ਬਣਾਤਾ। ਇਸ ਜਿਹੜਾ ਪੁਰਾਣਾ ਹੈ ਉਸੇ ਟਰਨਓਵਰ ਹੈ ਹੀ ਨਹੀਂਗਾ। ਇਸ ਲਈ ਇਹ ਬਹੁਤ ਜ਼ਰੂਰੀ ਹੈ ਜਾਨਣਾ ਵੀ ਤੁਸੀਂ ਕਿਹੜਾ ਟੇਬਲ ਯਾਦ ਕਰਨਾ। ਰੋਲ ਆਫ ਸਮਾਲ ਸਕੇਲ ਇਨ ਰੂਰਲ ਏਰੀਆ ਇੰਡੀਆ। ਸਭ ਤੋਂ ਪਹਿਲਾਂ ਇਸ ਪੁਆਇੰਟ ਸਭ ਤੋਂ ਪਹਿਲਾਂ ਇਸ ਆਉਂਦਾ ਮੋਰ ਐਮਪਲੋਇਮੈਂਟ। ਮੋਰ ਐਮਪਲੋਇਮੈਂਟ ਦੇ ਵਿੱਚ ਇਸ ਤਰ੍ਹਾਂ ਦਾ ਕੀ ਹੈ ਜੀ, ਆਪਾਂ ਐਮਪਲੋਇਮੈਂਟ ਵਧਾਂਗੇ, ਆਪਾਂ ਗਵਰਨਮੈਂਟ ਤੋਂ ਐਮਪਲੋਇਮੈਂਟ ਨਹੀਂ ਲਵਾਂਗੇ ਔਰ ਆਪਾਂ 4-10 ਬੰਦਿਆਂ ਨੂੰ ਐਮਪਲੋਇਮੈਂਟ ਦੇਵਾਂਗੇ। these are the labor oriented, ਦੋ ਤਰ੍ਹਾਂ ਦੇ ਅੰਦਰ ਲੇਬਰ ਓਰੀਐਂਟਡ ਐਂਟਰਪ੍ਰਾਈਜ਼ ਹੈ ਜਿਹਦੇ ਵਿੱਚ ਲੇਬਰ ਜ਼ਿਆਦਾ ਵਰਕ ਕਰਦੀ ਹੈ, ਠੀਕ ਹੈ, ਲੇਬਰ ਦੇ ਥਰੂ ਕੰਮ ਜ਼ਿਆਦਾ ਲਿੱਤਾ ਜਾਂਦਾ ਹੈ। more labor is required in these industries in the Indian rural area, ample labor is available, ਬਥੇਰੀ ਲੇਬਰ ਹੁੰਦੀ ਹੈ ਉੱਥੇ ਜੀ। some of the people in rural area remains unemployed for the whole year, some people part of the ਕੁਛ ਜਿਵੇਂ ਆਪਾਂ ਐਗਰੀਕਲਚਰ 'ਚ ਕੰਮ ਕਰ ਲਿਆ, 2-3 ਮਹੀਨੇ ਕੰਮ ਹੋਇਆ, ਉਦੋਂ ਬਾਅਦ ਵਿਹਲੇ ਆਪਾਂ। ਤਾਂ ਜਿਹੜੀ ਆਪਣੇ ਕੋਲੇ ਸਮੋਲ ਸਕੇਲ ਇੰਡਸਟਰੀਜ਼ ਹੈ ਇਹ ਦੋਨੇ ਤਰ੍ਹਾਂ ਦੇ EMPLOYEES ਨੂੰ ਜੌਬ ਪ੍ਰੋਵਾਈਡ ਕਰਦੀ ਹੈ। ਇਕਨੋਮਿਕ ਸਟਰੈਂਥ, small business provide economic strength to the rural area in two ways. First, in these business a limited amount of capital and other resources are required. ਤਾਂ ਪੈਸਾ ਥੋੜਾ ਚਾਹੀਦਾ ਹੁੰਦਾ ਹੈ, other resources ਥੋੜੇ ਚਾਹੀਦੇ ਹੈ। So any person can get rid of his financial constraints by commencing such business. ਤਾਂ ਹਰ ਬੰਦਾ ਆਪਦੇ ਪੈਸੇ ਦੀ ਪ੍ਰੋਬਲਮਸ ਦੇ ਬਾਵਜੂਦ ਵੀ ਰਹਿੰਦਾ ਹੈ ਇਹੋ ਜਿਹੇ ਛੋਟੇ ਛੋਟੇ ਵਪਾਰਾਂ ਨੂੰ ਸਟਾਰਟ ਕਰ ਸਕਦਾ ਹੈ। Secondly, they provide employment to the unemployed. ਉਹ ਤਾਂ ਹੋ ਹੀ ਗਿਆ, ਉੱਪਰਲਾ ਪੁਆਇੰਟ ਵੀ ਆ ਗਿਆ। opportunities for artisans, ਜੋ ਆਪਣੇ ਆਰਟੀਜ਼ਨਸ ਜਾਂ ਆਪਾਂ ਕਹਿੰਦੇ ਨੇ ਕਿਸੇ ਵੀ ਫੀਲਡ ਦੇ ਐਕਸਪਰਟ ਬੰਦੇ ਹੈ, ਕਾਰੀਗਰ ਬੰਦੇ ਹੈਗੇ ਆ, ਉਹਨਾਂ ਨੂੰ ਉਹਨਾਂ ਦੇ ਮੁਤਾਬਿਕ ਦਾ ਜਿਹੜਾ ਕੰਮ ਮਿਲ ਜਾਂਦਾ ਹੈ। in the village, artisans, specialist artists have been expertise in different field are found. Because of the lack of opportunities, their skill do not come into the limelight, ਠੀਕ ਹੈ। ਤਾਂ opportunities ਨਹੀਂ ਹੈਗੀਆਂ, that way reason ਉਹਨਾਂ ਦੀ ਜੋ ਸਕਿੱਲ ਆ ਉਹ ਲਾਈਮਲਾਈਟ ਦੇ ਵਿੱਚ ਨਹੀਂ ਆਉਂਦੀ। ਮੈਂ ਤੁਹਾਨੂੰ ਕੱਲ ਬਸ ਹਿਡਨ ਟੈਲੈਂਟ ਆ ਤੁਹਾਡੇ ਅੰਦਰ, ਤਾਂ ਹਿਡਨ ਟੈਲੈਂਟ ਕਦੇ ਕਿਸੇ ਨੂੰ ਪਤਾ ਹੀ ਨਹੀਂਗਾ, ਓਪਰਚੁਨਿਟੀਜ਼ ਨਹੀਂ ਮਿਲੀਆਂ, ਰੂਰਲ ਏਰੀਆ ਦੇ ਵਿੱਚ ਕਦੇ ਉੱਥੇ ਪਹੁੰਚੇ ਹੀ ਨਹੀਂ ਆਪਾਂ, ਤਾਂ ਤੁਸੀਂ ਸਾਨੂੰ ਇੱਕ ਵਾਰੀ ਚਾਂਸ ਤਾਂ ਦਿਓ, ਅਸੀਂ ਬਹੁਤ ਵਧੀਆ ਤਰ੍ਹਾਂ ਦੇ ਨਾਲ ਪਰਫਾਰਮੈਂਸ ਦੇਵਾਂਗੇ ਆਪਦੀ। ਤਾਂ ਇਹ ਚੀਜ਼ਾਂ ਵਾਸਤੇ ਕਹਿੰਦਾ ਸਮੋਲ ਸਕੇਲ ਇੰਡਸਟਰੀ ਜਿਹੜੀ ਹੈ ਬੜੀ ਹੈਲਪਫੁਲ ਹੁੰਦੀ ਹੈ। ਸਮੋਲ ਸਕੇਲ ਇੰਡਸਟਰੀਜ਼ ਤੁਹਾਡੇ ਉਸ ਟੈਲੈਂਟ ਨੂੰ ਬਾਹਰ ਲੈ ਕੇ ਆਉਂਦੀ ਹੈ। ਬੈਲੈਂਸਡ ਰੀਜਨਲ ਡਿਵੈਲਪਮੈਂਟ, ਰੀਜਨਲ ਮਤਲਬ ਪੰਜਾਬ ਤੇ ਬਿਹਾਰ ਵਾਲੀ ਐਗਜ਼ਾਮਪਲ ਆ ਗਈ। These enterprises are often dependent on local source of production, so these business can be carried any place and even in remote area, ਦੂਰ ਦਰਾਜ ਦਾ ਏਰੀਆ, remote area ਮਤਲਬ ਦੂਰ ਦਰਾਜ ਦਾ ਏਰੀਆ ਜਿਹੜਾ ਪਿਛੜਿਆ ਹੋਇਆ ਏਰੀਆ ਹੁੰਦਾ। In this way, industries do not just limit themselves to a particular, ਤਾਂ ਕਹਿੰਦਾ ਜੀ ਜਿਹੜੀਆਂ ਇੰਡਸਟਰੀਜ਼ ਸਿਰਫ ਇੱਕ ਏਰੀਆ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ, ਇਹ ਜਿੱਥੇ ਮਰਜ਼ੀ ਹੈ, ਜਿੱਥੇ ਮਰਜ਼ੀ ਤੁਸੀਂ ਇਹ ਫੈਕਟਰੀਜ਼ ਆਪਦੇ EMPLOY ਕਰ ਸਕਦੇ ਹੋ। ਪ੍ਰਮੋਸ਼ਨ ਸਟੈਂਡਰਡ ਆਫ ਲਿਵਿੰਗ ਤੁਹਾਡਾ ਅਪ ਹੁੰਦਾ, ਇਹਦੇ ਨਾਲ ਤੁਹਾਡੇ ਕੋਲ ਪੈਸਾ ਆਏਗਾ, ਇਨਕਮ ਵਧੇਗੀ, ਐਮਪਲੋਇਮੈਂਟ ਵਧੇਗੀ, ਸਟੈਂਡਰਡ ਆਫ ਲਿਵਿੰਗ ਅਪ ਹੋਏਗਾ। With the establishment of small business in the rural or nearby regions, village get many type of facilities like employment, electricity, water, road, education, bank, mode of transportation. In such a situation, promotion of the standard of living ਬਣੇਗਾ ਤੁਹਾਡਾ। better utilization of local resources, ਤੇ ਹੁਣ ਆਪਣੇ ਕੋਲੇ ਦੂਰ ਦਰਾਜ ਦੇ ਇਲਾਕੇ ਆ, ਪਹਾੜੀ ਇਲਾਕੇ ਆ, ਤਾਂ ਉੱਥੇ ਜਿਹੜਾ ਰॉ ਮਟੀਰੀਅਲ ਹੈਗਾ ਉਹ ਇੱਥੇ ਸ਼ਹਿਰਾਂ 'ਚ ਨਹੀਂ ਲੈ ਕੇ ਆਇਆ ਜਾ ਸਕਦਾ, ਟਰਾਂਸਪੋਰਟ ਬਹੁਤ ਜ਼ਿਆਦਾ ਪਏਗੀ, ਤਾਂ ਉੱਥੇ ਉਹ ਪਿਆ ਵੇਸਟ ਹੋਈ ਜਾਂਦਾ ਹੈ। ਤਾਂ ਹੁਣ ਆਪਾਂ ਉੱਥੇ ਫੈਕਟਰੀਆਂ ਲਾ ਲਾਂਗੇ ਛੋਟੀ ਛੋਟੀਆਂ, ਤਾਂ ਉੱਥੋਂ ਦਾ ਜਿਹੜਾ ਰਿਸੋਰਸਿਸ ਹੈ ਜੇ ਆਪਾਂ ਉੱਥੇ ਹੀ ਯੂਟਿਲਾਈਜ਼ ਕਰ ਸਕਦੇ ਆ, ਉਹਨਾਂ ਦੀ ਵੇਸਟੇਜ ਨਹੀਂ ਹੋਏਗੀ।
In rural area, resources, labor, barren land, raw material, etc., remains idle and unutilized or used in very less quantity. With the establishment of small industries, better utilization of these resources is possible. Less pressure of population on agriculture. Agriculture ਦੇ ਉੱਤੇ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਡਿਸਟਰਬੈਂਸ ਤਾਂ ਪਹਿਲਾਂ ਆਪਣੇ ਕੋਲ 75% ਲੋਕ ਜਿਹੜੇ ਹੈਗੇ ਜੀ ਉਹ ਐਗਰੀਕਲਚਰ ਦੇ ਵਿੱਚ ਐਮਪਲੋਇਡ ਸੀਗੇ, ਫਿਰ ਉਹ 49 ਅੱਜ ਦੇ ਟਾਈਮ 49% ਹੈ। ਤਾਂ ਆਪਣੇ ਜਿੰਨੀ ਲੈਂਡ ਨੂੰ ਆਪਾਂ ਸੰਭਾਲ ਸਕਦੇ ਹਾਂ, ਮੰਨ ਲਓ ਆਪਣੇ ਲੈਂਡ ਨੂੰ 10 ਬੰਦੇ ਸੰਭਾਲ ਸਕਦੇ ਆ, ਅੱਜ ਵੀ ਉੱਥੇ 15-20 ਬੰਦੇ ਕੰਮ ਤੇ ਲਾਏ ਹੋਏ ਆ, ਠੀਕ ਹੈ ਨਾ। ਤਾਂ ਆਪਾਂ ਪੜਿਆ ਸੀ ਇਕਨੋਮਿਕਸ ਦੇ ਡਿਸਗਾਈਜ਼ਡ ਅਨਇੰਪਲੋਇਮੈਂਟ, ਇਹਨੂੰ ਬੋਲਦੇ ਜੀ ਆਪਾਂ ਡਿਸਗਾਈਜ਼, ਛਿਪੀ ਹੋਈ ਬੇਰੁਜ਼ਗਾਰੀ। ਵੀ ਜਿੱਥੇ 10 ਬੰਦੇ ਚਾਹੀਦੇ ਆ ਉੱਥੇ 15 ਬੰਦੇ ਕੰਮ ਤੇ ਲੱਗੇ ਹੋਏ ਆ, ਤਾਂ 5 ਬੰਦੇ ਬੇਰੁਜ਼ਗਾਰੀ ਹੈ, ਪਰ ਛਿਪੀ ਹੋਈ ਬੇਰੁਜ਼ਗਾਰੀ ਦਿਖਾਈ ਦੇ ਰਹੀ ਆਪਾਂ ਨੂੰ, ਠੀਕ ਹੈ। ਤਾਂ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ। ਇਸ ਤਰ੍ਹਾਂ ਦੀ ਅਨਇੰਪਲੋਇਮੈਂਟ ਤੋਂ ਬੰਦੇ ਹਟਾ ਕੇ ਆਪਾਂ ਜਿਹੜਾ ਹੈਗਾ ਇਸ ਨੂੰ ਇੰਡਸਟਰੀਜ਼ ਦੇ ਉੱਪਰ, ਸਮਾਲ ਸਕੇਲ ਇੰਡਸਟਰੀਜ਼ ਤੇ ਲਾ ਸਕਦੇ ਹਾਂ, ਤਾਂ ਐਗਰੀਕਲਚਰ ਦੇ ਉੱਪਰ ਜਿਹੜਾ ਬਰਡਨ ਹੈ ਉਹ ਘਟ ਜਾਏਗਾ। As more population depends upon land for survival, the land is further divided to small pieces. It no longer remains beneficial to do farming on such small fields. Every year, there is a further increase of approximately 30 lakh people who depend on agriculture. So this was become necessary to reduce this burden on land. The land ਦੇ ਉੱਤੇ agriculture burden ਜ਼ਿਆਦਾ ਹੈਗਾ ਤਾਂ reduce ਹੁੰਦਾ ਹੈ। Equitable distribution of income, ਅਮੀਰ ਜ਼ਿਆਦਾ ਅਮੀਰ ਹੋ ਰਿਹਾ, ਗਰੀਬ ਜ਼ਿਆਦਾ ਗਰੀਬ ਹੋ ਰਿਹਾ ਹੈਗਾ, ਠੀਕ ਹੈ। ਅਮੀਰ ਜ਼ਿਆਦਾ ਅਮੀਰ ਹੋ ਰਿਹਾ, ਗਰੀਬ ਜ਼ਿਆਦਾ ਗਰੀਬ ਹੋ ਰਿਹਾ ਹੈਗਾ। ਤਾਂ ਇਸ ਕਰਕੇ ਆਪਾਂ ਜਿਹੜਾ ਹੈਗਾ ਜੀ, ਜੇ ਇਹ ਕਿਉਂ ਹੋ ਰਿਹਾ, ਕਿਉਂਕਿ ਰਿਲਾਇੰਸ ਕੰਪਨੀਆਂ, ਵੱਡੀਆਂ ਵੱਡੀਆਂ ਕੰਪਨੀਆਂ ਦੀਆਂ ਉਹ ਸਾਰਾ ਪੈਸਾ ਉਹੀ ਲੈ ਜਾਂਦੇ ਆ। ਜੇ ਆਪਾਂ ਛੋਟੇ ਛੋਟੇ ਸੈਗਮੈਂਟ 'ਚ ਆਪਾਂ ਇੰਡਸਟਰੀਜ਼ ਲਾਵਾਂਗੇ ਤਾਂ ਹਰ ਬੰਦੇ ਨੂੰ ਆਪਦੀ ਮਿਹਨਤ ਦਾ ਪੈਸਾ ਮਿਲੂਗਾ, ਆਪਦੀ ਮਿਹਨਤ ਦਾ ਪੈਸਾ ਮਿਲੂਗਾ ਤਾਂ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਊਗੀ। ਤੁਹਾਡੇ ਕੋਲ ਵੀ ਜਿਹੜਾ ਹੈਗਾ ਫੈਕਟਰੀਜ਼ ਆਫ ਪ੍ਰੋਡਕਸ਼ਨ ਹੈ, ਲੇਬਰ ਕੋਲੇ ਵੀ ਵੇਚੀ ਜਾਣਗੇ, ਤਾਂ ਉਹਨੂੰ ਕੀ ਬੋਲਦੇ ਆਪਾਂ, ਇਕੁਇਟੇਬਲ ਡਿਸਟ੍ਰੀਬਿਊਸ਼ਨ। With the establishment of this business, the income of the country is not just concentrated with some helpful city industries, but is also distributed among many small rural industries. This helps to reduce the gap between the rich and the poor in the country. ठीक है, तो अमीर गरीब का डिस्टेंस घट जाएगा। फिर आंदे दूसरा सेगमेंट है इसका, फाइनेंशियल असिस्टेंस टू इंडस्ट्रीज इन रूरल, बैकवर्ड और हिली एरिया। सारे आ रहे जी, रूरल एरिया आ गया, बैकवर्ड एरिया, रिमोट एरियाज बोलते हैं जिन्होंने ਆਪਾਂ, और हिली एरियाज ਜਿਹੜੇ ਪਹਾੜਾ ਪੂੜਾ ਤੇ ਹੈਗੇ ਜੀ ਉਧਰ ਪਾਸੇ ਜਿਹੜੇ ਰਿਸੋਰਸਸ ਉਹਨਾਂ ਵਾਸਤੇ। The majority of the Indian population lives in rural, backward and hilly area. These people establish different type of small industries in order to make a living. These industries generally depend on the local raw material, ठीक है। तो उत्थों जो raw material उसने use करते हैं। The people who establish these industries have very limited financial resources, पैसा भी थोड़ा ही होता है। It is absolutely necessary that the necessary finance should be made available for the development of these industries. ਤਾਂ ਸਰਕਾਰ ਨੂੰ ਇਹਨਾਂ ਨੂੰ ਜ਼ਿਆਦਾ ਪੈਸਾ ਚਾਹੀਦਾ ਆਪਦੇ ਆਪ ਨੂੰ ਸਟੈਂਡ ਕਰਨ ਵਾਸਤੇ, ਤਾਂ ਉਹ ਪੈਸਾ ਸਰਕਾਰ ਹੀ ਦੇ ਸਕਦੀ ਹੈ। Before we study the type of financial assistance, ਠੀਕ ਹੈ, ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ ਜੀ ਭਾਈ ਤੁਹਾਨੂੰ ਪੈਸਾ ਚਾਹੀਦਾ ਹੈ, ਤਾਂ ਇਹ ਪੈਸਾ ਕਿੱਥੋਂ ਮਿਲੇਗਾ? ਅੱਡ ਸੋਰਸਿਸ ਤੋਂ ਮਿਲੇਗਾ, ਗਵਰਨਮੈਂਟ ਤੋਂ ਮਿਲੇਗਾ, ਬੈਂਕਾਂ ਤੋਂ ਮਿਲੇਗਾ, RRB ਤੋਂ ਮਿਲੇਗਾ, ਨਾਬਾਰਡ ਤੋਂ ਮਿਲੇਗਾ, ਕੋਆਪਰੇਟਿਵ ਸੁਸਾਇਟੀਜ਼ ਤੋਂ ਮਿਲੇਗਾ, ਅੱਡ ਥਾਵਾਂ ਤੋਂ ਮਿਲੇਗਾ। ਤਾਂ ਇਹਨਾਂ ਨੂੰ ਕਹਿੰਦਾ ਦੱਸਣ ਤੋਂ ਪਹਿਲਾਂ ਆਪਾਂ ਦੱਸ ਦਈਏ ਵੀ ਕਿੰਨੇ ਤਰ੍ਹਾਂ ਦੀਆਂ ਇੰਡਸਟਰੀਜ਼ ਹੁੰਦੀਆਂ ਜੀ। ਸਭ ਤੋਂ ਪਹਿਲਾਂ ਐਗਰੋ ਬੇਸਡ ਇੰਡਸਟਰੀਜ਼, ਐਗਰੀਕਲਚਰ ਤੋਂ ਬੇਸਡ ਆਪਾਂ ਕਲੋਥ ਬਣਾ ਰਹੇ ਹਾਂ, ਆਪਾਂ ਚੀਨੀ ਬਣਾ ਰਹੇ ਹਾਂ ਜੀ, ਠੀਕ ਹੈ ਨਾ, ਕਲੋਥ ਹੈ, ਚੀਨੀ ਹੈ, ਜਾਂ ਹੋਰ ਤੁਸੀਂ ਕੋਈ ਵੀ ਇਸ ਤਰ੍ਹਾਂ ਦੀ ਵਸਤੂਆਂ ਜਿਹੜੀਆਂ ਆਪਾਂ ਐਗਰੀਕਲਚਰ ਤੋਂ ਲੈ ਕੇ ਚੱਲਦੇ ਹਾਂ ਜੀ ਉਸ ਬੇਸ ਤੇ ਹੈ। Most of the industries established in these areas are based on the agriculture. These industries manufacture many new products. Cottage industry are at, these industries are located inside the houses, ठीक है। जिवें असीं किहा सी दरियां दुरियां बनाउंदे आपां, they include beekeeping, ठीक है, और सोप मेकिंग, बड़ा ईजी हुंदा सोप मेकिंग वाला कंसेप्ट, एंड द हैंडीक्राफ्ट वगैरह का काम होया जी, ठीक है। ये सारा इसका आ जाएगा। खादी एंड विलेज इंडस्ट्रीज, these industries cover weaving khadi clothes, preparing spices, making jaggery, mustard oil, woodwork, ठीक है जी, पोट्री हो गया, कैंडल्स हो गया, ये सारे छोटे छोटे टमाटर ना, सारे छोटे छोटे कंसेप्ट आ गए। ਅੱਡ ਤਰ੍ਹਾਂ ਤਿੰਨ ਤਰ੍ਹਾਂ ਦੀ ਇੰਡਸਟਰੀਜ਼ ਇਹਨਾਂ ਨੇ, ਐਗਰੋ ਬੇਸਡ ਹੋ ਗਈ, ਕਾਟੇਜ ਇੰਡਸਟਰੀਜ਼ ਹੋ ਗਈਆਂ, ਔਰ ਖਾਦੀ ਐਂਡ ਵਿਲੇਜ ਇੰਡਸਟਰੀਜ਼ ਹੋ ਗਈਆਂ। ਠੀਕ ਹੈ, ਤੁਸੀਂ ਸਾਰੇ ਜਾਣਦੇ ਹੋਗੇ ਵੀ ਜਦੋਂ ਇੰਡੀਆ ਆਜ਼ਾਦ ਹੋਇਆ ਸੀਗਾ ਜਾਂ ਉਦੋਂ ਪਹਿਲਾਂ ਬ੍ਰਿਟਿਸ਼ ਦੇ ਟਾਈਮ ਤੇ ਇੰਡੀਆ ਐਕਸਪੋਰਟਰ ਬਹੁਤ ਵੱਡਾ ਸੀਗਾ। ਖਾਦੀ ਦਾ ਜਿਹੜਾ ਸਮਾਨ ਹੈਗਾ ਜੀ ਵਰਲਡ ਵਾਈਡ ਇੰਡੀਆ ਮੇਨ ਹੁੰਦਾ ਸੀਗਾ, ਲੇਕਿਨ ਬ੍ਰਿਟਿਸ਼ਰਸ ਨੇ ਇਹ ਸਾਰਾ ਜਿਹੜਾ ਬੰਦ ਕਰਾਤਾ ਸੀਗਾ, ਬਿਕੋਜ਼ ਉਹਨਾਂ ਦਾ ਸਮਾਨ ਵੇਚਣਾ ਜ਼ਰੂਰੀ ਸੀਗਾ। ਤਾਂ ਉਹ ਮਸ਼ੀਨ ਮੇਡ ਸਮਾਨ ਸੀ, ਸਸਤਾ ਸਮਾਨ ਸੀਗਾ, ਸੋ ਉਹ ਜਿਹੜਾ ਖਾਦੀ ਦਾ ਸਮਾਨ ਸੀ ਜੇ ਬਾਹਰ ਜਾਂਦਾ ਸੀਗਾ
ਤਾਂ ਹਾਈ ਰੇਟ ਆਫ ਟੈਕਸ ਪੈਂਦਾ ਸੀਗਾ, ਤਾਂ ਫਿਰ ਫੋਰਨ ਪਰਚੇਜ਼ ਨਹੀਂ ਕਰਦੇ ਸੀ। ਤਾਂ ਬ੍ਰਿਟਿਸ਼ਰਸ ਨੇ ਬੜੀ ਪਲੈਨਿੰਗ ਦੇ ਨਾਲ ਇਸ ਚੀਜ਼ ਨੂੰ ਖਤਮ ਕਰਤਾ ਸੀਗਾ। ਇਹ ਸਾਰਾ ਤੁਸੀਂ ਪਲੱਸ 2 ਚ ਪੜ੍ਹੋਗੇ। ਸਪੈਸ਼ਲ ਅਸਿਸਟੈਂਸ ਪ੍ਰੋਵਾਈਡਡ ਟੂ ਇੰਡਸਟਰੀਜ਼, ਹਾਂ सर इसमें लिमिटेशन है कि ਮਤਲਬ small scale industry को limitation होगी। ਲਿਮਿਟੇਸ਼ਨਸ ਤਾਂ ਕੀ ਆ ਰਹੇ, ਬਸ ਤੁਸੀਂ ਹਜੇ ਤੱਕ ਤਾਂ ਵਿਚਾਰੀ ਇਹਦੀ ਸਟੈਂਡ ਹੀ ਹੈ ਨਹੀਂ ਜੀ। ਸਮਾਲ ਸਕੇਲ ਇੰਡਸਟਰੀਜ਼ ਪ੍ਰਮੋਟ ਕਰੋ, ਗਵਰਨਮੈਂਟ ਤਾਂ ਇਹਨਾਂ ਨੂੰ ਪ੍ਰਮੋਟ ਕਰ ਰਹੀ ਹੈ ਹਜੇ ਤਾਂ, ਕਿ ਭਾਈ ਤੁਸੀਂ ਵੱਧ ਤੋਂ ਵੱਧ ਦੇਸ਼ ਨੂੰ ਚਲਾਓ, ਦੇਸ਼ 'ਚ ਆਊਟਪੁੱਟ ਵਧਾਓ, ਐਮਪਲੋਇਮੈਂਟ ਵਧਾਓ, ਦੂਰ ਦਰਾਜ ਦੇ ਏਰੀਆ ਜਿਹੜੇ ਵਿਹਲੇ ਪਏ ਆ ਜੇ ਉਹਨਾਂ ਨੂੰ ਯੂਜ਼ ਕਰੋ, ਸਮਝੇ ਨਾ। ਤਾਂ ਗਵਰਨਮੈਂਟ ਤਾਂ ਹਜੇ ਇਹਨਾਂ ਨੂੰ ਪ੍ਰਮੋਟ ਕਰਨ ਵਾਲੇ ਪਾਸੇ ਜਾ ਰਹੀ ਹੈ। ਤਾਂ ਤੁਸੀਂ ਕੋਈ ਵੀ ਇਹੋ ਜਿਹੀ ਇੰਡਸਟਰੀ ਲਾਓਗੇ, ਮਤਲਬ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਸੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਕਰੋ ਜਿਹੜਾ ਜੀ ਗਵਰਨਮੈਂਟ ਤੁਹਾਨੂੰ ਪ੍ਰਮੋਟ ਕਰੇ। ਤੁਸੀਂ ਸੋਲਰ ਪਲਾਂਟ ਲਾਓ ਲੇਕਿਨ ਪਲਾਸਟਿਕ ਦੇ ਥਰੂ ਕੰਮ ਨਾ ਕਰੋ, ਠੀਕ ਹੈ। ਇਹੋ ਜਿਹਾ ਕੰਮ ਕਰੋ ਜਿਹਦੀ ਸੇਲ ਜਿਹੜੀ ਹੈ 12 ਮਹੀਨੇ ਰਵੇ, ਸੀਜ਼ਨਲ ਕੰਮ ਨਾ ਹੋਵੇ। ਕੰਮ ਇਹੋ ਜਿਹਾ ਹੋਵੇ ਜਿਹੜਾ ਕਿ ਸੀਜ਼ਨਲ ਨਾ ਹੋਵੇ, ਜਿਹਦੀ 12 ਮਹੀਨੇ 30 ਦਿਨ ਸੇਲ ਹੋਵੇ ਜੀ। ਤਾਂ ਇਸ ਹਿਸਾਬ ਦੇ ਵਪਾਰ ਚਲਾਓ ਜੀ, ਜਿਹਦਾ ਦੇਸ਼ ਦੀ ਆਊਟਪੁੱਟ ਹੋਵੇ। ਜਿਵੇਂ ਜੀ ਮੋਦੀ ਸਾਹਿਬ ਨੇ ਪਿੱਛੇ ਜੇ ਬੋਲਿਆ ਸੀਗਾ ਕਿ ਟॉयਜ਼ ਬਣਾਓ, ਕਿਉਂਕਿ ਚਾਈਨਾ ਦਾ ਜਿਹੜਾ ਰੈਵੋਲੂਸ਼ਨ ਆਇਆ ਸੀਗਾ ਉਹ ਟॉयਜ਼ ਤੋਂ ਆਇਆ ਸੀ। ਚਾਈਨਾ ਇੱਕਦਮ ਗਰੋਥ ਕੀਤਾ ਸੀਗਾ ਟॉयਜ਼ ਬਣਾ ਕੇ। ਚਾਈਨਾ ਦੇ ਟॉयਜ਼ ਇੰਨੇ ਕੁ ਜ਼ਿਆਦਾ ਸਸਤੇ ਹੁੰਦੇ ਸੀਗੇ ਕਿ ਆਪਾਂ ਦਿਨ 'ਚ 2 ਵੀ ਤੋੜ ਦਈਏ ਤਾਂ ਵੀ ਫਰਕ ਨਹੀਂ ਸੀ ਪੈਂਦਾ, ਇੰਨੇ ਸਸਤੇ ਹੁੰਦੇ ਸੀ। ਔਰ ਯੂਜ਼ ਐਂਡ ਥਰੋ ਹੁੰਦੇ ਸੀ, ਉਹ ਰਿਪੇਅਰ ਨਹੀਂ ਹੁੰਦੇ ਸੀ, ਉਹ ਯੂਜ਼ ਐਂਡ ਥਰੋ ਵਾਲਾ ਸਿਸਟਮ ਸੀਗਾ ਜੀ। ਤਾਂ ਚਾਈਨਾ ਦੀ ਇਕਨੋਮੀ ਸਟੈਂਡ ਹੀ ਇੱਥੋਂ ਹੋਈ ਸੀਗੀ। ਤਾਂ ਮੋਦੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਭਾਈ ਤੁਸੀਂ ਆਪਦੇ ਜਿਹੜੇ ਟॉयਜ਼ ਹੈ ਉਹਨਾਂ ਦੀ ਕੁਆਲਿਟੀ ਇੰਪਰੂਵ ਕਰੋ, ਇੰਨੀ ਇੰਪਰੂਵ ਕਰੋ ਕਿ ਫੋਰਨ ਕੰਪਨੀਜ਼ ਇੰਡੀਅਨ ਪ੍ਰੋਡਕਟ ਲੈਣ ਵਾਸਤੇ ਮਜਬੂਰ ਹੋ ਜਾਣ। ਤਾਂ ਸਿਰਫ ਉਹਦੇ ਇੱਕ ਬਿਆਨ ਦੇ ਨਾਲ ਉਦੋਂ ਬਾਅਦ ਬਹੁਤ ਸਾਰੀਆਂ ਟॉयਜ਼ ਇੰਡਸਟਰੀਜ਼ ਖੁੱਲੀਆਂ। ਗਵਰਨਮੈਂਟ ਨੇ ਉਹਨਾਂ ਨੂੰ ਬਹੁਤ ਸਬਸਿਡੀਜ਼ ਦਿੱਤੀਆਂ। ਗਵਰਨਮੈਂਟ ਨੇ ਕਿਹਾ ਵੀ ਤੁਸੀਂ ਇਹਨੂੰ ਫੋਰਨ 'ਚ ਐਕਸਪੋਰਟ ਕਰੋ ਤਾਂ ਤੁਹਾਨੂੰ ਅਸੀਂ ਹੋਰ ਟੈਕਸ ਫ੍ਰੀ ਕਰ ਦਾਂਗੇ। ਮਤਲਬ ਗਵਰਨਮੈਂਟ ਨੇ, ਜੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਸੀਗਾ ਤਾਂ ਗਵਰਨਮੈਂਟ ਨੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਟॉयਜ਼ ਵਾਲੇ ਪਾਸੇ ਗਏ ਹੈਗੇ ਆ ਤਾਂ ਉਹਨਾਂ ਨੂੰ ਬਹੁਤ ਫੈਸਿਲਿਟੀਜ਼ ਪ੍ਰੋਵਾਈਡ ਕਰਾਈਆਂ। ਔਰ ਟॉयਜ਼ 12 ਮਹੀਨੇ 30 ਦਿਨ ਸੇਲ ਆ ਉਹਦੀ, ਸਮਝੇ ਨਾ। ਤਾਂ ਇਹੋ ਜਿਹੀ ਇੰਡਸਟਰੀਜ਼ ਨੂੰ ਪ੍ਰਮੋਟ ਕਰ ਰਹੇ ਜੀ ਅਸੀਂ, ਜਿਹੜੀਆਂ ਇੰਡਸਟਰੀਜ਼ ਦੇ ਨਾਲ ਸਾਡੇ ਦੇਸ਼ ਦੀ ਡਿਵੈਲਪਮੈਂਟ ਹੋਏਗੀ, ਠੀਕ ਹੈ। ਛੋਟੇ ਮੋਟੇ ਟॉयਜ਼ ਬਣਾਓ, ਹੈਂਡਮੇਡ ਬਣਾਓ, ਜਿਵੇਂ ਵੀ ਹੈ। ਲਓ ਜੀ, ਫਿਰ ਇਸ ਆਉਂਦਾ ਸਪੈਸ਼ਲ ਅਸਿਸਟੈਂਟ ਪ੍ਰੋਵਾਈਡਡ ਟੂ ਇੰਡਸਟਰੀ ਐਸਟੈਬਲਿਸ਼ ਇਨ ਰੂਰਲ ਬੈਕਵਰਡ ਔਰ ਹਿਲ ਏਰੀਆਜ਼। ਤਾਂ ਅੱਡ ਤਰ੍ਹਾਂ ਦੇ ਆ ਇਹਨਾਂ ਨੇ ਫਾਈਨੈਂਸ਼ੀਅਲ ਅਸਿਸਟੈਂਟ ਦੇ ਰਹੇ ਆ ਜੀ। ਕਮਰਸ਼ੀਅਲ ਬੈਂਕ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਜਿਵੇਂ ਬਠਿੰਡੇ ਦੇ ਵਿੱਚ ਵੀ ਮੈਨੂੰ ਪਤਾ ਹੈਗਾ, ਇੱਥੇ ਆਪਣਾ ਲਿਬਰਟੀ ਚੌਂਕ ਪਤਾ ਹੈ, ਹਾਂ, ਅਨਾਜ ਮੰਡੀ ਕੋਲੇ ਉੱਥੇ ਇੱਕ ਆਫਿਸ ਸੀਗਾ ਪਹਿਲਾਂ ਤਾਂ ਸੀਗਾ ਜੀ, ਹੁਣ ਨਹੀਂ ਮੈਨੂੰ ਪਤਾ ਨਾ, ਹੁਣ ਤਾਂ ਕਾਫੀ ਟਾਈਮ ਤੋਂ ਧਿਆਨ ਨਹੀਂ। ਤਾਂ ਉੱਥੇ ਇੱਕ ਆਫਿਸ ਸੀਗਾ ਜੀ ਕਿ ਤੁਸੀਂ ਜਾਓ, ਜਾ ਕੇ ਆਪਦਾ ਪਲਾਨ ਸਮਝਾਓ। ਜੇ ਤੁਹਾਡਾ ਪਲਾਨ ਗਵਰਨਮੈਂਟ ਦੇ ਰੂਲਸ ਦੇ ਅਨੁਸਾਰ, ਗਵਰਨਮੈਂਟ ਦੀ ਲਿਸਟ ਵਾਲੀ ਜੋ ਵੀ ਹੈ ਚੀਜ਼ਾਂ ਉਹਨਾਂ ਦੇ ਵਿੱਚ ਆਉਂਦਾ ਹੈ, ਤਾਂ ਤੁਹਾਨੂੰ 75% ਸਬਸਿਡੀ ਦਾ ਪਹਿਲੇ ਦਿਨ ਮਿਲ ਜਾਂਦੀ ਹੈ। ਤੁਸੀਂ ਫੈਕਟਰੀ ਲਾ 25% ਆਪ ਲਾ, 75% ਗਵਰਨਮੈਂਟ ਦੇ ਦੂਗੀ। ਔਰ ਜੇ ਤੁਸੀਂ ਰੂਰਲ ਏਰੀਆ ਚ ਲਾ ਰਹੇ ਹੋ, ਪਿੰਡਾਂ ਚ ਲਾ ਰਹੇ ਹੋਗੇ, ਜਾਂ ਤੁਸੀਂ ਇਹੋ ਜਿਹੀ ਥਾਂ ਤੇ ਲਾ ਰਹੇ ਹੋ ਜਿੱਥੇ ਪਾਪੂਲੇਸ਼ਨ ਥੋੜੀ ਹੈਗੀ ਹੈ, ਉੱਥੇ ਗਰੀਬ ਲੋਕ ਹੈਗੇ ਆ, ਤਾਂ ਉੱਥੇ ਜੇ ਤੁਸੀਂ ਲਾਉਂਦੇ ਹੋ ਤਾਂ 90% ਤੱਕ ਗਵਰਨਮੈਂਟ ਜਿਹੜੀ ਹੈ ਤੁਹਾਨੂੰ ਸਬਸਿਡੀ ਦੇਣ ਨੂੰ ਤਿਆਰ ਹੈ, ਸਮਝੇ ਨਾ। ਤਾਂ ਇਸ ਤਰ੍ਹਾਂ these are ਫਾਈਨੈਂਸ਼ੀਅਲ ਅਸਿਸਟੈਂਸ, ਹੈਲਪ ਕਰ ਰਹੀ ਹੈ ਗਵਰਨਮੈਂਟ ਤੁਹਾਨੂੰ। ਤਾਂ ਇਸ ਤਰ੍ਹਾਂ ਦੇ ਸਭ ਤੋਂ ਪਹਿਲਾਂ ਕਮਰਸ਼ੀਅਲ ਬੈਂਕ, SBI, PNB, ਠੀਕ ਹੈ। ਤੁਸੀਂ ਇੱਥੇ ਜਾਓ ਜੀ, ਇੱਥੇ ਜਾ ਕੇ ਇਹਨਾਂ ਦੇ ਵੀ 2 ਤਰ੍ਹਾਂ ਦੇ ਲੋਨ ਡਿਪਾਰਟਮੈਂਟਸ ਹੁੰਦੇ ਆ। ਇੱਕ ਰੂਰਲ ਵਾਸਤੇ ਅੱਡ ਹੁੰਦੇ ਜੇ, ਆਪਣੇ ਸ਼ਹਿਰਾਂ ਦੇ ਵਾਸਤੇ ਅੱਡ ਹੁੰਦੇ ਆ। ਤੁਸੀਂ ਉੱਥੇ ਜਾ ਕੇ ਆਪਦੇ ਜਿਹੜੇ ਪਲਾਨ ਦੱਸ ਸਕਦੇ ਹੋ ਤਾਂ ਤੁਹਾਨੂੰ ਈਜ਼ੀਲੀ ਲੋਨ ਜਿਹੜੇ ਆ ਪ੍ਰੋਵਾਈਡ ਹੋ ਸਕਦੇ ਆ। The government has ordered the commercial banks to advance loan to industries in these area on priority basis, ਠੀਕ ਹੈ। ਤਾਂ ਜਿਹੜੇ ਕਮਰਸ਼ੀਅਲ ਬੈਂਕਸ ਹੈਗੇ ਇਹ ਆਪ ਪਿੰਡਾਂ 'ਚ ਜਾਂਦੇ ਆ,
ਵੀ ਜੀ ਜੇ ਤੁਸੀਂ ਲੋਨ ਲੈਣਾ ਹੈ ਤਾਂ ਗਵਰਨਮੈਂਟ ਦੀ ਸਕੀਮ ਆਈ ਹੋਈ ਹੈ, ਠੀਕ ਹੈ। ਹੁਣ ਮੈਨੂੰ ਜੇ ਮੈਂ ਜੇ ਲੋਨ ਲੈਣਾ ਹੋਵੇ ਤਾਂ ਮੈਨੂੰ ਲੱਗਦਾ ਮੈਨੂੰ 6.5-7% ਤੇ ਲੋਨ ਮਿਲੂਗਾ ਜੇ ਮੈਂ ਲੋਨ ਲੈਣਾ ਹੋਵੇ। ਤੁਸੀਂ ਪਿੰਡਾਂ 'ਚ ਚਲੇ ਜਾਓ ਜੀ, ਪਿੰਡਾਂ ਦੇ ਵਿੱਚ ਤਾਂ ਜੀ ਤੁਹਾਨੂੰ ਜਿਹੜਾ ਹੈਗਾ ਮੈਨੂੰ ਲੱਗਦਾ 2 ਜਾਂ 3% ਤੇ ਮਿਲ ਜੂਗਾ, 2-3% ਦਾ ਲੋਨ ਮਿਲ ਜਾਏਗਾ। ਫਿਰ ਸਰਕਾਰ 2-3 ਲੱਖ ਰੁਪਏ ਦਾ ਲੋਨ ਵਿਆਜ ਲੈਂਦੀ ਨਹੀਂ, ਉਹਦੇ ਉੱਪਰ ਜਿਹੜੀ ਅਮਾਊਂਟ ਉਹਦੇ ਉੱਤੇ ਵਿਆਜ ਹੈ। ਤਾਂ ਮਤਲਬ ਜਿਹੜੇ ਪੂਅਰ ਪੀਪਲਸ ਹੈ ਜਾਂ ਤੁਸੀਂ ਇਹ ਕਹਿ ਲਓ ਵੀ ਰੂਰਲ ਏਰੀਆ 'ਚ ਰਹਿੰਦੇ ਆ ਜੀ, ਉਹਨਾਂ ਨੂੰ ਵਾਸਤੇ ਗਵਰਨਮੈਂਟ ਬਹੁਤ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਰਿਹਾ, ਗਵਰਨਮੈਂਟ ਬੇਤਹਾਸ਼ਾ ਪੈਸਾ ਵੰਡਦੀ ਹੈ ਜੀ, ਗੱਲ ਜਦੋਂ ਵੀ ਲੋਕਾਂ ਨੂੰ ਪਹੁੰਚਦਾ ਨਹੀਂ। ਗਵਰਨਮੈਂਟ ਦੀਆਂ ਸਕੀਮਸ ਇੰਨੀਆਂ ਜ਼ਿਆਦਾ ਸਟਰੋਂਗ ਹੈ, ਇੰਨੀਆਂ ਜ਼ਿਆਦਾ ਪੈਸਾ ਵੰਡਿਆ ਜਾਂਦਾ ਕਿ ਉਹ ਬਸ ਆਪਣੇ ਲੋਕ ਪਹਿਲੀ ਤਾਂ ਲਾਲਚ ਪਾ, ਪਹਿਲਾਂ ਤਾਂ ਪਹੁੰਚਦਾ ਨਹੀਂ, ਜੇ ਪਹੁੰਚ ਜਾਂਦਾ ਤਾਂ ਆਪਣੇ ਵਰਗੇ ਮੋੜਦੇ ਨਹੀਂ, ਸਮਝਿਆ। ਤਾਂ ਗਵਰਨਮੈਂਟ ਤੀਜੀ ਵਾਰ ਦਿੰਦੀ ਦਫਾ ਕਰੋ ਜੀ, ਤਾਂ ਗਵਰਨਮੈਂਟ ਸਕੀਮ ਹੀ ਬੰਦ ਕਰ ਦਿੰਦੀ ਹੈ, ਸਮਝੇ। ਤਾਂ ਇਹ ਸਾਡੇ ਦੇਸ਼ ਦੇ ਡਰਾਬੈਕਸ ਬਹੁਤ ਜ਼ਿਆਦਾ ਹੈ। Many branches of the commercial bank have been opened in these areas. These has provided great relief to these area. हालांकि सब किताबी गल है जी, कमर्शियल बैंक हमेशा प्रॉफिट वास्ते काम करता है। कमर्शियल बैंक कदे भी उन्हां पिंडां पुंडां दे विच या रूरल एरिया ब्रांच खोलदा ही नहींगा जिथे कहंदा भी बेनिफिट ही है नहींगा, ठीक है। ये सब किताबी गल्लां बोलण च बोलिया जांदा भी हाँ जी असीं इन्नियां ब्रांचां उत्थे खोलियां, इन्नियां ब्रांचां उत्थे खोलियां, सब पेपर च खोलदियां। लैंड डिवेलपमेंट बैंक, हुण नाम च पता चल रहा जी लैंड दी डिवेलपमेंट वास्ते होएगा, ठीक है। These banks are given long-term loan for some special purpose on the security of the immovable property. ਤਾਂ ਤੁਹਾਨੂੰ long-term loan ਮਿਲ ਜਾਂਦਾ ਹੈ, ਆਪਦੀ ਬਿਲਡਿੰਗ ਲੈਂਡ ਲੋਨ ਜਿਹੜੀ ਹੈਗੀ ਆ ਗਹਿਣੇ ਸਿਕਿਉਰਿਟੀ ਧਰ ਦੋ ਤਾਂ ਤੁਹਾਨੂੰ ਲੋਨ ਮਿਲ ਜਾਏਗਾ। For example, to pay back the old loan, purchase land and agriculture implements for improving land, etc. To pay back the ਪੁਰਾਣੇ ਲੋਨ ਪੇ ਕਰਨੇ ਆ ਜੇ, ਜਾਂ ਆਪਾਂ ਲੈਂਡ ਪਰਚੇਸ ਕਰਨੀ ਹੈ ਜਾਂ ਜੋ ਇਕਵਿਪਮੈਂਟਸ ਪਰਚੇਸ ਕਰਨੇ ਆ ਤਾਂ ਇਹ ਆਪਾਂ ਨੂੰ ਈਜ਼ੀਲੀ ਲੋਨ ਮਿਲ ਜਾਂਦਾ ਹੈ। The maximum period of loan can be 20 years. These banks are two types. These banks are of two types: the state cooperative agriculture and rural development bank, या primary cooperative agriculture and rural development bank, ठीक है। ਹੁਣ ਜੇ ਮੈਨੂੰ ਪੇਪਰ ਪਾਉਣ ਨੂੰ ਕਿਹਾ ਜਾਵੇ ਤਾਂ ਮੈਂ ਆਹ ਦੋ ਐਬਰੀਵੇਸ਼ਨ ਆ ਜਿਹੜੀਆਂ ਇਹਨਾਂ ਦੀ ਇੱਕ ਐਬਰੀਵੇਸ਼ਨ ਤੁਹਾਨੂੰ ਪੇਪਰ 'ਚ ਪਾ ਦੂੰਗਾ ਵੀ ਦੱਸੋ ਜੀ ਇਹਦੀ ਫੁੱਲ ਫਾਰਮ ਕੀ ਹੈ, ਸਮਝੇ ਨਾ। ਤਾਂ ਇਹੋ ਜਿਹਾ ਜਦੋਂ ਵੀ ਤੁਹਾਨੂੰ ਐਬਰੀਵੇਸ਼ਨਸ ਆਉਂਦੀਆਂ ਤਾਂ ਬੜੀ ਅਜੀਬ ਜੀਬ ਐਬਰੀਵੇਸ਼ਨਸ ਆਉਂਦੀਆਂ ਜਿਹੜੀਆਂ ਆਮ ਬੱਚਾ ਭੁੱਲ ਜਾਂਦਾ, ਪੜ੍ਹ ਲਿਆ ਭੁੱਲ ਜਾ, ਠੀਕ ਹੈ। ਤਾਂ ਪੇਪਰ 'ਚ ਆਹੀ ਆਊਗਾ, ਪੇਪਰ ਜਾਂ ਤਾਂ ਸਿੰਪਲ ਕੁਐਸਚਨ ਆ ਜਾਊਗਾ ਇਹਦੀ ਐਬਰੀ ਫੁੱਲ ਫਾਰਮ ਦੱਸੋ, ਜੇ ABCD ਦੇਣਾ ਹੋਇਆ ਆਪਾਂ MCQ ਬੇਸ ਦੇਣਾ ਹੋਇਆ ਤਾਂ ਚਾਰੇ ਦੇ ਚਾਰੇ ਆਪਸ਼ਨਾਂ ਇੰਨੀਆਂ ਸਟਰੋਂਗ ਪਾਈਆਂ ਜਾਂਦੀਆਂ, ਇੰਨੀਆਂ ਵਧੀਆ ਪਾਈਆਂ ਜਾਂਦੀਆਂ ਕਿ ਬੱਚਾ ਨੂੰ ਲੱਗਦਾ ਚਾਰੇ ਸਹੀ ਹੈ। ਤਾਂ ਆਨਸਰ ਉਹੀ ਬੱਚਾ ਦਊਗਾ ਜੀ ਜਿਹੜੀ ਯਾਦ ਕਰਕੇ ਆਇਆ ਹੋਊਗਾ, ਠੀਕ ਹੈ। ਸੋ ਇੱਥੇ ਬੜਾ ਉਲਝਾ ਜਾਂਦਾ ਬੱਚਾ ਨੂੰ ਪੇਪਰਾਂ 'ਚ। RRB ਮੈਂ ਦੱਸਿਆ ਸੀਗਾ ਨਾਬਾਰਡ ਦੀ, ਨਾਬਾਰਡ ਅਗਲਾ ਪੁਆਇੰਟ ਹੈ ਨਾਬਾਰਡ ਦਾ, ਨਾਬਾਰਡ ਦੀ ਮੇਨ ਬ੍ਰਾਂਚ ਹੈ ਜੀ RRB। RRB ਦਾ ਕੰਮ ਹੀ ਰੀਜਨਲ ਰੂਰਲ ਬੈਂਕ ਹੈ। ਇਸ ਟਾਈਮ ਜਿਹੜੀ ਐਕਟਿਵ ਬ੍ਰਾਂਚ ਕੰਮ ਕਰ ਰਿਹਾ ਬੈਂਕ, ਐਕਟਿਵਲੀ ਰੂਰਲ ਏਰੀਆ ਵਾਸਤੇ ਕੰਮ ਕਰ ਰਿਹਾ, ਉਹ RRB ਕੰਮ ਕਰ ਰਿਹਾ, ਠੀਕ ਹੈ। ਤੁਸੀਂ ਥਰੂ RRB ਜਿਹੜਾ ਹੈਗਾ ਉਹ ਬਹੁਤ ਸਾਰੇ ਲੋਨ ਜਿਹੜੇ ਈਜ਼ੀਲੀ ਲੈ ਸਕਦੇ ਹੋ। The major function of these banks is to provide financial and other banks kind of help to the farmer, laborer, artisans, small enterprises. Development in agriculture, trade, industry, and other production activities has been made possible with the help of these banks. In January 1999, there are 196 regional rural banks in operation. Presently, there are 14,420 branches in 436 districts. ਫਿਲਹਾਲ ਇਹਦੇ ਬ੍ਰਾਂਚਾਂ ਬਹੁਤ ਹੈ। ਜੇ ਤੁਸੀਂ ਰੂਰਲ ਏਰੀਆ ਦੇ ਵਿੱਚ ਜਾਂਦੇ ਹੋਗੇ, ਠੀਕ ਹੈ, ਤਾਂ ਅਸੀਂ ਜਦੋਂ ਵੀ ਕੋਈ ਕੰਪਨੀ ਖੋਲਣੀ ਹੈ ਜਾਂ ਮੈਨੂੰ ਪਤਾ ਹੈਗਾ ਵੀ ਮੈਂ ਜੋ ਫੈਕਟਰੀ ਇਹੋ ਜਿਹੀ ਖੋਲਣਾ ਚਾਹੁੰਦਾ ਵੀ ਜਿਹਦਾ ਯਾਰ ਜਿੰਨੀ ਦੂਰ ਹੋਵੇ ਉਨੀ ਵਧੀਆ ਹੈ, ਠੀਕ ਹੈ। ਤਾਂ ਮੈਂ ਇਹ ਤੇ ਦੇਖੂੰਗਾ ਕਿਸੇ ਪਿੰਡ 'ਚ ਖੋਲੀ ਜਾਵੇ ਫੈਕਟਰੀ, ਪਿੰਡਾਂ 'ਚ ਜ਼ਮੀਨ ਸਸਤੀ ਮਿਲ ਜੂਗੀ, ਬੈਂਕਾਂ ਤੋਂ ਲੋਨ ਈਜ਼ੀਲੀ ਮਿਲ ਜੂਗਾ, ਔਰ ਪਿੰਡਾਂ ਦੇ ਵਿੱਚ ਹੋਣ ਦੀ ਵਜ੍ਹਾ ਨਾਲ ਉੱਥੋਂ ਦੇ ਲੋਕਾਂ ਨੂੰ ਇੰਪਲੋਇਮੈਂਟ ਮਿਲੂਗੀ। ਤਾਂ ਅਸੀਂ ਗਵਰਨਮੈਂਟ ਨੂੰ ਇਹ ਸ਼ੋਅ ਕਰ ਸਕਦੇ ਹਾਂ ਕਿ ਅਸੀਂ ਜਿਹੜਾ ਹੈ ਜੀ ਰੂਰਲ ਏਰੀਆ ਦੇ ਵਿੱਚ ਖੋਲ ਰਹੇ ਹੈਗੇ ਆ। ਤਾਂ ਜਿਵੇਂ ਹੁਣ ਤੁਹਾਡੀ ਐਡਮਿਸ਼ਨਸ ਹੁੰਦੀਆਂ +2 ਤੋਂ ਬਾਅਦ ਐਡਮਿਸ਼ਨਸ ਲੈਣੀਆਂ ਹੋਣ ਤਾਂ ਤੁਸੀਂ ਉੱਥੇ ਆਪਦਾ ਮਾਈਨੋਰਟੀ ਦਾ ਰੂਰਲ ਏਰੀਆ ਦਾ ਤੁਸੀਂ ਆਪਦਾ ਸਰਟੀਫਿਕੇਟ ਬਣਾ ਲਓ, ਸਰਟੀਫਿਕੇਟ ਬਣਾ ਲਓ ਸੀ ਵੀ ਤੁਸੀਂ ਇਸ ਏਰੀਆ 'ਚ ਰਹਿ ਰਹੇ ਹੋਗੇ ਤਾਂ ਤੁਹਾਨੂੰ ਐਡਮਿਸ਼ਨ 'ਚ ਵੀ ਪ੍ਰਾਇਓਰਟੀ ਮਿਲਦੀ ਹੈ, ਉਸ 'ਚ ਵੀ ਰਿਜ਼ਰਵੇਸ਼ਨ ਹੈਗੀ ਹੈ, ਸਮਝੇ ਨਾ। ਵੀ ਤੁਸੀਂ ਇੱਕ ਪਿਛੜੇ ਹੋਏ ਇਲਾਕੇ ਤੋਂ ਆਏ ਹੋਗੇ, ਹਾਲਾਂਕਿ ਤੁਸੀਂ ਜਿਵੇਂ ਮਰਜ਼ੀ ਹੈਗੇ, ਚਾਹੇ SC BC ਹੋ, ਜਰਨਲ ਕੈਟੇਗਰੀ 'ਚੋਂ, ਜਿਹੜਾ ਮਰਜ਼ੀ ਹੈ, ਤਾਂ ਸਰਟੀਫਿਕੇਟ ਅੱਜ ਦੇ ਟਾਈਮ 'ਚ ਬੜਾ ਕੰਮ ਕਰਦਾ। ਫਰੀडम फाइटर, ਤੁਹਾਡੇ ਦਾਦਾ ਜੀ ਫਰੀडम फाइटर ਸੀਗੇ ਜੀ ਬਹੁਤ ਵੱਡੇ, ਠੀਕ ਆ, ਸਰਟੀਫਿਕੇਟ ਬਣਾ ਲਓ। ਦਾਦਾ ਨਾਲ ਥੋੜੀ ਲੈ ਜਾਏਗਾ ਵੱਡੇ ਹੁੰਦਾ, ਔਰ ਸਰਟੀਫਿਕੇਟ ਬਣਾਉਣ ਨੂੰ ਕਿਹਾ ਤੈਨੂੰ ਮੈਂ, ਸਮਝੇ ਨਾ। ਸਿਰਫ ਫਰੀडम फाइटर ਸੀਗੇ ਕਿ ਨਹੀਂ, ਤਾਂ ਫਿਰ ਮੈਂ ਤੈਨੂੰ ਦਾਦੇ ਦਾ ਥੋੜੀ ਕਿਹਾ, ਮੈਂ ਕਿਹਾ ਫਰੀडम फाइटर ਦਾ।
ਵੀ ਜੇ ਤੁਹਾਡੇ ਗ੍ਰੈਂਡਫਾਦਰ ਜਾਂ ਕੋਈ ਵੀ ਫਰੀडम फाइटर ਸੀ ਉਹਦਾ ਸਰਟੀਫਿਕੇਟ ਨਾਲ ਉਹਦੀ ਰਿਜ਼ਰਵੇਸ਼ਨ ਹੁੰਦਾ ਹੈਗਾ। ਸਪੋਰਟਸ ਤੁਹਾਨੂੰ ਨੈਸ਼ਨਲ ਲੈਵਲ ਦਾ ਸਰਟੀਫਿਕੇਟ ਹੈ, ਉਹਦਾ ਤੁਹਾਡਾ ਜਿਹੜਾ ਨੈਸ਼ਨਲ ਲੈਵਲ ਦਾ ਸਰਟੀਫਿਕੇਟ ਹੈ, ਫਿਰ ਤੁਹਾਡਾ ਜਿਹੜਾ ਉਸਦਾ ਰਿਜ਼ਰਵੇਸ਼ਨ ਹੋਏਗਾ। SC BC OBC ਹੈ ਜੀ, ਫਿਰ ਹੋਏਗਾ। ਮਾਈਨੋਰਿਟੀ ਚ ਆਉਂਦੇ ਹੋ ਤਾਂ ਹੋਏਗਾ, ਰੂਰਲ ਏਰੀਆ ਚ ਆਉਂਦੇ ਹੋ ਤਾਂ ਹੋਏਗਾ। ਇਹ ਚ ਕੁਛ ਨਹੀਂ ਹੈਗਾ, ਇੱਕ ਤਾਂ ਚੈਪਟਰ ਪੜ੍ਹੋ ਫਿਰ ਜੇ ਤੁਸੀਂ ਕੁਛ ਨਹੀਂ ਕਰ ਸਕਦੇ ਤੇ ਸਿਰਫ ਪੜ੍ਹ ਕੇ ਨੰਬਰ ਲੈ ਸਕਦੇ ਹੋ, ਪੜ੍ਹ ਕੇ ਐਡਮਿਸ਼ਨ ਮਿਲੂਗੀ। ਜੇ ਇਹਨਾਂ ਚ ਕੁਛ ਨਹੀਂ ਹੈਗਾ ਤਾਂ ਜਰਨਲ ਦਾ ਵੀਰੇ ਬਸ ਪੁੱਛਣਾ, ਜਰਨਲ ਦਾ ਕੋਈ ਫੀਚਰ ਨਹੀਂ ਆਇਆ ਇਹਦੇ ਚ। ਫਿਰ ਤੁਹਾਨੂੰ ਆਉਂਦਾ ਹੈ ਉਦੋਂ ਬਾਅਦ ਨਾਬਾਰਡ, ਇਹ ਸਭ ਤੋਂ ਮੇਨ ਆਉਂਦਾ ਹੈਗਾ। ਨਾਬਾਰਡ ਦੇ ਉੱਤੇ ਕੁਐਸਚਨ ਜ਼ਰੂਰ ਪੁੱਛਿਆ ਜਾਏਗਾ। National Bank for Agriculture and Rural Development. This bank was established in 1982. This bank is playing an important role in agriculture and rural development. Refinancing of agriculture credit. The first important function of the bank is the refinancing of agriculture credit. This includes the loan advanced by the state government, state cooperative bank, land development bank, RRB and other is ਇਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਲੋਨ ਪ੍ਰੋਵਾਈਡ ਕਰਦਾ, ਫਾਈਨੈਂਸ਼ੀਅਲ ਹੈਲਪ ਪ੍ਰੋਵਾਈਡ ਕਰਦਾ ਕੌਣ? ਨਾਬਾਰਡ। RRB ਨੂੰ ਪੈਸੇ ਚਾਹੀਦੇ ਆ ਤਾਂ ਨਾਬਾਰਡ, ਯਾਨੀ ਇਸलिए ਬੋਲਿਆ ਜਾਂਦਾ RRB ਨਾਬਾਰਡ ਦੀ ਹੀ ਬ੍ਰਾਂਚ ਹੈ। ਇੰਸਪੈਕਸ਼ਨ ਆਫ RRB, ਠੀਕ ਹੈ ਜੀ, ਤਾਂ ਕਹਿੰਦਾ ਨਾਬਾਰਡ ਆਲਸੋ ਅੰਡਰਟੇਕ ਦਾ ਇੰਸਪੈਕਸ਼ਨ ਆਫ RRB, ਚੈੱਕ ਕਰਨ ਵਾਸਤੇ ਜੀ ਭਾਈ ਤੁਸੀਂ ਕੰਮ ਸਹੀ ਕਰ ਰਹੇ ਹੋ ਨਹੀਂ ਕਰ ਰਹੇ, ਤਾਂ ਨਹੀਂ ਤਾਂ ਤੁਹਾਨੂੰ ਅਸੀਂ ਹੋਰ ਫਾਈਨੈਂਸਿੰਗ ਕਰੀਏ ਜਾਂ ਨਾ ਕਰੀਏ। ਫੋਰਨ ਹੈਲਪ सब corruption, हर थां corruption है जी। Foreign help in respect of the project mean for the development of agriculture and industries in the distributed by the NABARD। ਤਾਂ foreign help in respect of project, ਕੋਈ project ਲਾਣੇ ਆਪਾਂ ਇਸ ਤਰ੍ਹਾਂ ਦਾ ਵੱਡੇ ਲੈਵਲ ਦਾ, ਤਾਂ ਉੱਥੇ ਨਾਬਾਰਡ ਆਪਾਂ ਨੂੰ ਹੈਲਪ ਕਰਦਾ। ਇੰਡਸਟਰੀਅਲ ਰੂਰਲ ਕ੍ਰੈਡਿਟ, ਆਪਾਂ ਨੇ ਪਿੰਡਾਂ ਪੁੰਡਾਂ 'ਚ ਆਪਾਂ ਰੂਰਲ ਏਰੀਆ ਦੇ ਵਿੱਚ ਕੋਈ ਇੰਡਸਟਰੀ ਲਾਣੇ ਆ, ਉੱਥੇ ਆਪਾਂ ਨੂੰ ਉਧਾਰ ਲੋਨ ਪ੍ਰੋਵਾਈਡ ਕਰਾਏਗਾ, ਨਾਬਾਰਡ ਦੇਗਾ। ਪ੍ਰੋਡਕਸ਼ਨ ਕ੍ਰੈਡਿਟ, this bank provides concessional loan, ਕੰਸੈਸ਼ਨਲ ਮਤਲਬ ਸਸਤੇ ਰੇਟਾਂ ਤੇ ਜਾਂ ਤੁਹਾਨੂੰ ਮਾਫ ਕਰ ਦਿਆ ਸਬਸਿਡੀ ਵਾਲਾ ਲੋਨ, ਟੂ ਇੰਡਸਟਰੀਅਲ ਇੰਸਟੀਟਿਊਸ਼ਨਸ ਇਨ ਕੇਸ ਆਫ ਦ ਨੈਚੁਰਲ ਕਲੈਮਿਟੀਜ਼, ਮਿਲਟਰੀ ਐਕਟੀਵਿਟੀਜ਼, ਵਾਰ, ਕੋਈ ਐਮਰਜੈਂਸੀ ਇਸ ਤਰ੍ਹਾਂ ਲੱਗ ਜਾਂਦੀ ਹੈ, ਉਹਦੀ ਵਜ੍ਹਾ ਤੁਹਾਨੂੰ ਲਾਸ ਹੋ ਜਾਂਦਾ ਤਾਂ ਸਾਰਾ ਲਾਸ ਮਾਫ ਕਰ ਦਿੱਤਾ ਜਾਂਦਾ। ਏਜੰਟ ਆਫ ਗਵਰਨਮੈਂਟ ਐਂਡ ਰਿਜ਼ਰਵ ਬੈਂਕ, ਠੀਕ ਹੈ, the bank work as an agent of the government of India in respect of the rural development. It provides facility regarding the rural development and training, research and exchange of information in respect of the rural banking. It helps the government of India and the Reserve Bank in field of the rural development. Clear? लो जी, कल आप दो पढ़ांगे, कल तो छुट्टी रहेगी, परसों पढ़ांगे। लो जी।